जी अस्सलाम वालेकुम दोस्तों, मैं हूं अमजद मलिक और आप देख रहे हैं हमारा यूट्यूब चैनल पंजाब दी शान। 26 जनवरी 2025 बरोज़ इतवार जनाब, ਅੱਜ बड़े एक अहम टॉपिक ਤੇ ਅਸੀਂ डिस्कस ਕਰਨ ਜਾ ਰਹੇ ਹਾਂ ਅਮਰ ਡੋਗਰ ਸਾਹਿਬ ਦੇ ਨਾਲ। ਅਮਰ ਡੋਗਰ ਸਾਹਿਬ अस्सलाम वालेकुम। वालेकुम अस्सलाम अमजद भाई, की हाल है? अल्हम्दुलिल्लाह, अल्लाह पाक ਦਾ ਬਹੁਤ ਕਰਮ, ਬੜਾ ਫਜ਼ਲ ਹੈ। ਅਮਰ ਡੋਗਰ ਸਾਹਿਬ, ਮੂੰਹ ਖੋਰ ਦਾ ਮਰਜ਼ ਆਇਆ ਹੋਇਆ ਜੀ ਪਾਕਿਸਤਾਨ ਦੇ ਵਿੱਚ, ਤੇ ਮੈਂ ਚਾਹਨਾ ਜਨਾਬ ਆਲਾ ਕਿ ਤੁਸੀਂ ਇਸ ਤੇ ਥੋੜੀ ਜਿਹੀ ਰੋਸ਼ਨੀ ਪਾਓ ਤਾਂ ਕਿ ਜਨਾਬ ਦੋਸਤਾਂ ਨੂੰ ਫਾਇਦਾ ਹੋ ਸਕੇ ਜੀ। अमजद भाई देखो, सब तो पहले तो जिस चीज़ से एहतियात कर ली जाए ना, ਉਹਦੇ ਨਾਲ अच्छी गल कोई नहीं है। हाँ जी, मर्ज आने तो पहले कोशिश करो कि ਤੁਸੀਂ ਉਹਦੇ ਬਾਰੇ ਉਹਦੀ ਕੋਈ एहतियात करो ताकि मर्ज आए ही ना। ठीक है। मैं ਇਹਦੀ ਵੈਕਸੀਨ ਦੇ ਬਾਰੇ ਇਸ ਲਈ ਨਹੀਂ ਦੱਸਾਂਗਾ ਕਿ ਫਲਾਣੀ ਵੈਕਸੀਨ ਹੈ। ਉਹਦੀ ਰੀਜ਼ਨ ਕੀ ਹੈ, ਕੁਝ ਡਾਕਟਰ ਪ੍ਰਾਈਵੇਟ ਤੌਰ ਤੇ ਲਗਾਉਂਦੇ ਨੇ, ਕੁਝ ਡਾਕਟਰ ਸਰਕਾਰੀ ਤੌਰ ਤੇ ਲਗਾਉਂਦੇ ਨੇ। ਅੱਛਾ। ਠੀਕ ਹੈ, ਕੋਸ਼ਿਸ਼ ਇਹ ਕਰੋ ਕਿ ਉਹਨਾਂ ਦੇ ਮੁਤਲਕਾ ਜਿਹੜਾ ਵੀ ਡਾਕਟਰ ਹੈ, ਅਗਰ ਉਹ ਸਰਕਾਰੀ ਤੌਰ ਤੇ ਲਗਾਉਂਦੇ ਨੇ ਤੇ ਉਹਨਾਂ ਦੇ ਕੋਲੋਂ ਹੀ ਆਪਣੇ ਜਾਨਵਰ ਨੂੰ ਵੈਕਸੀਨ ਕਰਵਾ ਲਓ, ਕਿਉਂਕਿ ਉਹਦੇ ਮੁxtਲਿਫ ਨਾਮ ਨੇ। ਠੀਕ ਹੈ, ਅਸੀਂ ਗੱਲ ਕਰਨਾ ਹੈ एहतियात ਤੇ। ਅੱਛਾ। ਸਭ ਤੋਂ ਪਹਿਲੇ ਕੋਸ਼ਿਸ਼ ਹੈ ਤੁਸੀਂ ਕਰਨੀ ਹੈ ਕਿ ਆਪਣੇ ਜਾਨਵਰ ਨੂੰ ਤੁਸੀਂ ਗਿੱਲੀ ਜਗ੍ਹਾ ਤੇ ਨਹੀਂ ਬੰਨਣਾ। ਅੱਛਾ। ਅਗਰ ਤੁਹਾਡੇ ਕੋਲ ਦੋ ਜਗ੍ਹਾ ਮੌਜੂਦ ਰਹਿਣਾ, ਯਾਨੀ ਕਿ ਰਾਤ ਜਾਨਵਰ ਇੱਕ ਜਗ੍ਹਾ ਤੇ ਹੋਣ, ਸਵੇਰ ਜਾਨਵਰ ਇੱਕ ਜਗ੍ਹਾ ਤੇ ਹੋਣ। ਠੀਕ ਹੈ, ਜਦੋਂ ਤੁਸੀਂ ਰਾਤ ਨੂੰ ਜਾਨਵਰ ਜਿਹੜੇ ਨੇ ਆਪਣੇ ਬਾੜੇ ਜੋ ਬਾਹਰ ਕੱਢਣੇ ਨੇ, ਤੁਸੀਂ ਕੋਸ਼ਿਸ਼ ਇਹ ਕਰਨੀ ਹੈ ਕਿ ਉਹਨਾਂ ਨੂੰ ਕਮ ਸੇ ਕਮ ਜਿਹੜਾ ਨਾ 100 ਮੀਟਰ ਅੱਛਾ ਪੱਕੀ ਸੜਕ ਤੇ ਜ਼ਰੂਰ ਚਲਾਣਾ ਹੈ ਤੁਸੀਂ। ਅੱਛਾ। ਪੱਕੀ ਸੜਕ ਹੋ ਗਈ ਜਾਂ ਕਿਤੇ ਸੋਲੰਗ ਲੱਗੀ ਹੋ ਗਈ ਖੁਸ਼ਕ ਜਗ੍ਹਾ ਤੇ, ਤੁਸੀਂ ਉਹਨੂੰ ਉੱਥੇ ਜ਼ਰੂਰ ਚਲਾਣਾ। ਉਹਦੀ ਰੀਜ਼ਨ ਕੀ ਹੈ ਕਿ ਅਗਰ ਰਾਤ ਦੇ ਟਾਈਮ ਜਾਨਵਰ ਕਿਤੇ ਵੱਜਾ ਰਿਹਾ ਨਾ ਤੇ ਗਿੱਲੀ ਮਿੱਟੀ, ਚਿੱਕੜ, ਗੋਇਆ ਉਹਦੇ ਜਾਨਵਰ ਦੇ ਪੈਰਾਂ ਦੇ ਵਿੱਚ ਜਿਹੜਾ ਨਾ ਉਹ ਆ ਜਾਂਦਾ ਹੈ। ਅੱਛਾ। ਠੀਕ ਹੈ, ਉਹਦੇ ਨਾਲ ਜਦੋਂ ਪੱਕੀ ਜਗ੍ਹਾ ਜਾਨਵਰ ਚੱਲੇਗਾ ਉਹਦੇ ਪੈਰ ਸਾਫ਼ ਹੋ ਜਾਣਗੇ। ਉਸ ਤੋਂ ਬਾਅਦ ਤੁਸੀਂ ਜਾਨਵਰ ਨੂੰ ਖੁਸ਼ਕ ਜਗ੍ਹਾ ਤੇ ਬੰਨੋ। ਕੋਸ਼ਿਸ਼ ਇਹ ਕਰੋ ਕਿ ਜਿੰਨੇ ਦਿਨ ਇਹ ਮਾਮਲਾਤ ਨੇ ਸਾਰੇ, ਅਗਰ ਕਿਸੇ ਬੰਦੇ ਨੇ ਕੋਈ ਜਾਨਵਰ ਖਰੀਦਣਾ ਹੈ, ਉਹ ਕਿਸੇ ਫਾਰਮ ਤੋਂ ਜਾਨਵਰ ਉਹ ਖਰੀਦਣ ਜਿਨ੍ਹਾਂ ਦੀ ਵੈਕਸੀਨ ਹੋਈ ਹੋਵੇ। ਅੱਛਾ। ਠੀਕ ਹੈ, ਨਾ ਕਿ ਉਹ ਕਿਸੇ ਮੰਡੀ ਵਗੈਰਾ ਦੇ ਵਿੱਚ ਜਾਣ। ਮੰਡੀਆਂ ਦੇ ਵਿੱਚ ਜਾਣਗੇ, ਕੀ ਪਤਾ ਉੱਥੇ ਖੁਦਾ ਨਾ ਖਾਸਾ ਉਹ ਬਿਮਾਰ ਜਾਨਵਰ ਹੀ ਖਰੀਦ ਕੇ ਲੈਣ। ਬਾਜ਼ਾਰੀ ਜਾਨਵਰ ਠੀਕ ਲੱਗੇਗਾ, ਅੱਛਾ, ਲੇਕਿਨ ਕਿਸੇ ਵੀ ਜਾਨਵਰ ਨੂੰ ਕੋਈ ਐਸਾ ਜਦੋਂ ਕੋਈ ਵੀ ਬਿਮਾਰੀ ਆਉਂਦੀ ਹੈ ਨਾ, 14 ਦਿਨ ਬਾਅਦ, ਅੱਛਾ ਅਮਜਦ ਭਾਈ ਆਈ ਰਿਪੀਟ, 14 ਦਿਨ ਬਾਅਦ ਜਾਨਵਰ ਨੂੰ ਉਸ ਬਿਮਾਰੀ ਦੇ ਸਿੰਪਟਮਸ ਜ਼ਾਹਰ ਹੁੰਦੇ ਨੇ। ਅੱਛਾ। ਇਹਨਾਂ ਦਿਨਾਂ ਦੇ ਵਿੱਚ ਦੇਖੋ ਜੀ, ਮੈਂ ਜਦੋਂ ਲਾਸਟ ਮੰਥ PPR ਸੀ, ਹੁਣ ਮੂੰਹ ਖੋਰ ਦੀ ਬਿਮਾਰੀ ਆ ਗਈ ਹੈ, ਤੇ ਨਾ ਤੇ ਮੈਂ ਉਦੋਂ ਕਿਸੇ ਦਾ ਜਾਨਵਰ ਕ੍ਰਾਸ ਕਰਵਾਇਆ, ਕਿਸੇ ਦੀ ਬੱਕਰੀ, ਨਾ ਮੈਂ ਹੁਣ ਕਿਸੇ ਦੀ ਬੱਕਰੀ ਕ੍ਰਾਸ ਕਰਵਾ ਰਿਹਾ ਐਟਲੀਸਟ 15 ਫਰਵਰੀ ਤੱਕ, ਕਿਉਂਕਿ ਮੂੰਹ ਖੋਰ ਦਾ ਬਹੁਤ ਜ਼ਿਆਦਾ ਐਸਟਮ ਜ਼ੋਰ ਹੈ। ਅਮਰ ਡੋਗਰ ਸਾਹਿਬ, ਜਿਹੜੇ ਨਏ ਦੋਸਤ ਨੇ ਉਹਨਾਂ ਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਉਹਨਾਂ ਨੇ ਜਾਨਵਰ ਨੂੰ ਮੂੰਹ ਖੋਰ ਦਾ ਮਸਲਾ ਆ ਗਿਆ? ਹਾਂਜੀ ਅਮਜਦ ਭਾਈ, ਮੂੰਹ ਤੇ ਦਾਣੇ ਨਿਕਲਣਗੇ ਜਾਨਵਰ ਦੇ। ਅੱਛਾ। ਠੀਕ ਹੈ, ਜਾਨਵਰ ਮੂੰਹ ਦੇ ਵਿੱਚੋਂ ਨਾ ਲਾਲਾ ਵਗਣਗੀਆਂ। ਠੀਕ ਹੈ। ਜਾਨਵਰ ਦੇ ਖੁਰਾਂ ਦੇ ਅੰਦਰ ਦਾਣੇ ਨਿਕਲਣਗੇ, ਜਾਨਵਰ ਦੇ ਪੈਰਾਂ ਦਾਣੇ ਨਿਕਲਣਗੇ, ਜਾਨਵਰ ਚੱਲਣਗੇ, ਦਰਦ ਮਹਿਸੂਸ ਕਰਨਗੇ। ਅੱਛਾ। ਗਿੱਟੀਆਂ ਨਰਮ, ਜਾਨਵਰ ਦੇ ਥੱਲੋਂ ਜਿਹੜੇ ਨੇ ਨਾ ਉਹ ਪੱਬੀਆਂ ਥੱਲੋਂ ਜਿਹੜੇ ਉਹਦੇ ਪੈਰਾਂ ਦੇ ਥੱਲੇ ਵਾਲੇ ਹਿੱਸੇ ਹੁੰਦੇ ਨੇ, ਉਹ ਫੁੱਲ ਨਰਮ ਹੋ ਜਾਣਗੇ। ਅੱਛਾ। ਐਸਾ ਲੱਗੇਗਾ ਜਿਸ ਤਰ੍ਹਾਂ ਹੁਣ ਕੋਈ ਚੀਜ਼ ਪਿੰਨ ਕਰਾਂਗੇ ਤੇ ਉਹਦੇ ਚੋਂ ਬਲੱਡ ਆ ਜਾਏਗਾ। ਅੱਛਾ ਜੀ, ਸਹੀ ਸਹੀ। ਤੇ ਇਸ ਨੇ ਮਤਲਬ ਵੈਸੇ ਤੁਸੀਂ ਅਗਰ ਤਾਂ ਖੁਦਾ ਨਾ ਖਾਸਾ ਅਗਰ ਤੁਹਾਡੇ ਐਨੀਮਲ ਨੂੰ ਕੋਈ ਮਸਲਾ ਆ ਜਾਵੇ ਇਸ ਤਰ੍ਹਾਂ ਦਾ ਮੂੰਹ ਖੋਰ ਦਾ, ਤੇ ਤੁਸੀਂ ਉਹਦੇ ਵਿੱਚ ਕਿਹੜੇ ਇੰਜੈਕਸ਼ਨ ਯੂਜ਼ ਕਰਦੇ ਹੋ? ਉਹ ਇੱਕ ਮਿੰਟ ਛੋਟ। ਅੱਛਾ, ਕੋਈ ਗੱਲ ਨਹੀਂ। ਅੱਛਾ ਠੀਕ ਹੈ, ਚਲੋ। ਫਸਟ ਆਫ ਆਲ ਤੇ ਅੱਲਾਹ ਤਾਲਾ ਦੀ ਜ਼ਾਤ ਇਹਦੇ ਤੋਂ ਸਾਨੂੰ ਬਚਾ ਕੇ ਰੱਖੇ। ਉਹਦੀ ਰੀਜ਼ਨ ਹੈ ਕਿ ਅਲਹਮਦੁਲਿਲਾ ਅਸੀਂ ਇਹ ਦੇਖੋ ਨਾ, ਇਹ ਮੇਰੇ ਜਾਨਵਰ ਨੇ, ਇਹ ਮਿੱਟੀ ਪਈ ਹੋਈ ਹੈ ਜੀ। ਅਸੀਂ ਕੀ ਕਰਨੇ ਆ ਕਿ ਜਿਹੜੀ ਗਿੱਲੀ ਜਗ੍ਹਾ ਹੁੰਦੀ ਮਿੱਟੀ ਬਾਹਰ ਸੁੱਟ ਦਿੰਦੇ ਆ, ਦੁਬਾਰਾ ਨਵੀਂ ਮਿੱਟੀ ਰੋਜ਼ ਅਸੀਂ ਅਦਲੀ ਬਦਲੀ ਕਰ ਰਹੇ ਹਾਂ। ਅੱਛਾ। ਠੀਕ ਹੈ, ਇਹ ਖਤਮ ਹੋਏਗੀ, ਨਵੀਂ ਟਰਾਲੀ ਆ ਜਾਏਗੀ। ਇਹਦੇ 'ਚ ਇਹਤਿਆਤ ਹੈ ਕਿ ਇਹਦੇ 'ਚ ਅਗਰ ਤਾਂ ਦੇਖੋ ਅੰਜੇ ਭਾਈ, ਇਸ ਬਿਮਾਰੀ ਵਿੱਚ ਅਕਸਰ ਜਾਨਵਰ ਬੁਖਾਰ ਕਰਦਾ ਵੀ ਹੈ ਤੇ ਅਕਸਰ ਜਾਨਵਰ ਬੁਖਾਰ ਨਹੀਂ ਵੀ ਕਰਦਾ। ਠੀਕ ਹੈ, ਅਗਰ ਤੁਹਾਡਾ ਜਾਨਵਰ ਇਹਦੇ 'ਚ ਅਗਰ ਬੁਖਾਰ ਕਰ ਜਾਂਦਾ ਹੈ, ਤੁਸੀਂ ਆਪਣੇ ਜਾਨਵਰ ਨੂੰ ਕੀਟੋਜੈਟ, ਅੱਛਾ, ਲੋਕਸਨ, ਇਹ ਤੁਸੀਂ ਕੋਈ ਵੀ ਟੀਕਾ ਤੁਸੀਂ ਅਪਲਾਈ ਕਰਵਾ ਸਕਦੇ ਹੋ। ਅੱਛਾ। ਠੀਕ ਹੈ ਜੀ, ਅਗਰ ਤੁਹਾਡਾ ਜਾਨਵਰ ਬੁਖਾਰ ਵਗੈਰਾ ਨਾਰਮਲ ਰੱਖਦਾ ਹੈ, ਠੀਕ ਹੈ, ਠੀਕ ਹੈ, ਇੰਜੈਕਸ਼ਨ ਇਹਦੇ 'ਚ ਫਿਰ ਵੀ ਲੱਗੇਗਾ, ਫਿਰ ਲੱਗੇਗਾ ਟ੍ਰਾਈਪਰਸਨ, ਅੱਛਾ, ਪੈਨਾਕਾਰਡ ਤੇ ਲੋਕਸਨ। ਇਸ ਜਾਨਵਰ ਬੁਖਾਰ ਕਿਤਨਾ ਕਰ ਜਾਂਦਾ ਹੈ ਤਕਰੀਬਨ? ਮੈਂ ਸਮਟਾਈਮ ਮੈਂ ਸੁਣਿਆ ਜਾਨਵਰ 106 ਤੇ ਚਲਾ ਜਾਂਦਾ ਹੈ। ਅੱਛਾ। ਹਾਂਜੀ, ਮੂੰਹ ਦੇ ਵਿੱਚੋਂ ਜਾਨਵਰ ਦੇ ਲਾਲਾਂ ਵਗਣੀ ਸ਼ੁਰੂ ਹੋ ਜਾਂਦੀਆਂ ਨੇ। ਹਾਂ ਹਾਂ ਹਾਂ। ਹਾਂਜੀ, ਇਹਦੀ ਮੇਨ ਨਿਸ਼ਾਨੀ ਮੂੰਹ ਦੇ ਵਿੱਚੋਂ ਲਾਲਾਂ ਵਗਣੀਆਂ। ਹੁਣ ਤੁਹਾਨੂੰ ਮੈਂ ਦੱਸਣਾ, ਇਹਦੇ ਦੋ ਇਲਾਜ ਨੇ, ਇੱਕ ਹੈਗਾ ਮੈਡੀਕਲ, ਇੱਕ ਹੈਗਾ ਵੇ ਦੇਸੀ। ਠੀਕ ਹੈ, ਦੇਸੀ ਦੱਸੋ ਜੀ। ਦੋਨੋਂ ਹੀ ਅਪਲਾਈ ਕਰਨੇ ਪੈਣੇ। ਠੀਕ ਹੈ। ਹਾਂ ਹਾਂ। ਅਸੀਂ ਪਹਿਲੇ ਮੈਡੀਕਲ ਦੱਸ ਦਿੰਦੇ, ਬਾਅਦ ਵਿੱਚ ਦੇਸੀ ਦੱਸ ਦਿੰਦੇ ਹਾਂ। ਠੀਕ ਹੈ। ਜਿਹੜਾ ਦੇਖੋ, ਤੁਸੀਂ ਆਪਣੇ ਜਾਨਵਰ ਨੂੰ 3 ਦਿਨ ਸਵੇਰ ਸ਼ਾਮ, ਫਿਰ ਅਗਲੇ ਸਵੇਰ ਇੱਕ ਦਿਨ ਸ਼ਾਮ, ਸਵੇਰ ਸ਼ਾਮ। ਬੇਸਿਕਲੀ ਇਹ ਬਿਮਾਰੀ ਖਤਰਨਾਕ ਜ਼ਰੂਰ ਹੈ, ਲੇਕਿਨ ਬਹੁਤ ਜ਼ਿਆਦਾ ਡੈਡਲੀ ਨਹੀਂ ਹੈਗੀ। ਹਾਂ ਹਾਂ ਹਾਂ। ਤੁਸੀਂ ਜਾਨਵਰ ਦੇ ਬੋਡੀ weight ਦੇ ਮੁਤਾਬਿਕ ਟ੍ਰਾਈਪਰਸਨ, ਅੱਛਾ, ਪੈਨਾਕਾਰਡ, ਤੇ ਜਿਹੜਾ ਟ੍ਰਾਈਪਰਸਨ ਇੰਜੈਕਸ਼ਨ ਹੈ ਉਹ ਜਾਨਵਰ ਦੇ
ਐਂਟੀਬਾਇਓਟਿਕ ਹੈ ਉਹ ਜਾਨਵਰ ਦੇ ਜਿਸਮ ਦੇ ਜਿੰਨੀਆਂ ਵੀ ਤੋੜ-ਫੋੜ ਹੋ ਰਹੀਆਂ ਨੇ ਉਸ ਬਿਮਾਰੀ ਤੋਂ ਉਹਨੂੰ ਰਿਕਵਰ ਕਰਦੀ ਹੈ। ਜਿਹੜਾ ਪੈਨਾਕਾਰਡ ਹੈ ਉਹ ਜਾਨਵਰ ਦਾ ਜ਼ਖਮ ਨੂੰ ਜਿਹੜੇ ਨੇ ਉਹ ਖੁਸ਼ਕ ਕਰੇਗਾ। ਠੀਕ ਹੈ। ਜਿਹੜਾ ਲੋਕਸਨ ਹੈ ਅਗਰ ਜਾਨਵਰ ਨੇ ਬੁਖਾਰ ਕੀਤਾ ਹੋਇਆ ਹੈ ਜਾਂ ਜਾਨਵਰ ਕਿਸੇ ਕਿਸਮ ਦੀ ਦਰਦ ਦੇ ਵਿੱਚ ਹੈ ਤੇ ਲੋਕਸਨ ਉਹਨੂੰ ਕਵਰ ਕਰ ਜਾਏਗਾ। ਠੀਕ ਹੈ। ਇਹ ਤੁਸੀਂ 3 ਦਿਨ ਲਗਾਤਾਰ ਅਪਲਾਈ ਕਰਨਾ ਵੇ, ਯਾਨੀ ਕਿ ਇਹਦੀਆਂ 6 ਡੋਜ਼ਾਂ ਬਣਨਗੀਆਂ, ਸਵੇਰ ਸ਼ਾਮ 2, ਅਗਲੇ ਦਿਨ ਸਵੇਰ ਫਿਰ ਸ਼ਾਮ। ਅੱਛਾ। ਟੋਟਲ 6 ਡੋਜ਼ਾਂ ਬਣਦੀਆਂ ਨੇ। ਠੀਕ ਹੈ। ਅੱਛਾ, ਹੁਣ ਅਸੀਂ ਇਹਦੇ ਨਾਲ ਜਿਹੜਾ ਦੇਸੀ ਇਲਾਜ ਅਸੀਂ ਉਸ ਤਰਫ ਆ ਜਾਂਦੇ ਸਭ ਤੋਂ ਪਹਿਲੇ ਅਸੀਂ ਲੈਣੀ ਹੈ ਪਿੰਕੀ ਪੋਟਾਸ਼ੀਅਮ ਪਰ ਮੈਗਨੇਟ। ਅੱਛਾ। ਉਹਨੂੰ ਕਾਂਡੀ ਵੀ ਕਹਿੰਦੇ ਨੇ, ਜਿਹੜੀ ਖੂਹਾਂ ਦੇ ਵਿੱਚ ਪਾਉਂਦੇ ਨੇ। ਸਭ ਤੋਂ ਪਹਿਲੇ ਅਸੀਂ ਉਹ ਲੈਣੀ। ਉਹਨੂੰ ਅਸੀਂ ਕੀ ਕਰਨਾ ਹੈ ਕਿ ਅਗਰ ਤੁਹਾਡੇ ਕੋਲ ਜਾਨਵਰ ਜ਼ਿਆਦਾ ਹੈ, ਅੱਛਾ, ਥੋੜੀ ਜ਼ਿਆਦਾ ਮਿਕਦਾਰ ਦੇ ਵਿੱਚ ਤੁਸੀਂ ਬਾਲਟੀ ਦੇ ਵਿੱਚ ਪਾ ਦੇਣੀ ਹੈ। ਠੀਕ ਹੈ। ਉਹਦੇ ਨਾਲ ਤੁਸੀਂ ਕੀ ਕਰਨਾ ਹੈ, ਇੱਕ ਜਾਨਵਰ ਦੇ ਖੂਰ ਅੱਛੇ ਤਰੀਕੇ ਨਾਲ ਧੋਣੇ ਨੇ ਤੁਸੀਂ ਉਹਦੇ ਨਾਲ, ਪਿੰਕੀ ਦੇ ਨਾਲ। ਹਾਂਜੀ। ਪਹਿਲੇ ਉਹਦੇ ਨਾਲ ਤੁਸੀਂ ਜਾਨਵਰ ਦੇ ਗਰਾਰੇ ਕਰਵਾਉਣੇ। ਠੀਕ ਹੈ। ਹੁਣ ਗਰਾਰੇ ਕਰਵਾਉਣ ਦਾ ਮੈਂ ਤੁਹਾਨੂੰ ਤਰੀਕਾ ਦੱਸ ਰਹਾ, ਲੋਕਾਂ ਨੂੰ ਗਰਾਰੇ ਕਰਵਾਉਣ ਦਾ ਤਰੀਕਾ ਨਹੀਂ ਪਤਾ ਹੈਗਾ। ਮਲਮਲ ਦਾ ਕਪੜਾ ਲੈਣਾ ਹੈ। ਠੀਕ ਹੈ। ਉਹਦੇ ਵਿੱਚ ਤੁਸੀਂ ਬਾਲਟੀ ਵਿੱਚ ਡਿਪ ਕਰਨਾ ਹੈ। ਹਾਂ ਹਾਂ। ਬਾਲਟੀ ਡਿਪ ਕਰਕੇ ਉਹਨੂੰ ਤੁਸੀਂ ਕੱਢ ਲੈਣਾ। ਅੱਛਾ। ਉਹਦੇ ਨਾਲ ਤੁਸੀਂ ਨੁਚੜਦੇ ਦੇ ਨਾਲ ਜਾਨਵਰ ਦਾ ਮੂੰਹ ਉੱਪਰ ਨਹੀਂ ਕਰਨਾ, ਉਹਦੇ ਬੋਡੀ ਦੇ ਲੈਵਲ ਤੇ ਰੱਖ ਕੇ ਨਾ ਜਾਨਵਰ ਕੋ ਸਟੇਟ ਰਵੇ। ਅੱਛਾ। ਉੱਪਰ ਕਰਾਂਗੇ ਤਾਂ ਸ਼ਾਹ ਦੀ ਨਾਲੀ ਜਾਣ ਦੇ ਚਾਂਸਸ ਹੁੰਦੇ ਨੇ। ਅੱਛਾ। ਬਰਾਬਰ ਕਰਕੇ ਉਸ ਕਪੜੇ ਨੂੰ। ਅੱਛਾ ਅਮਜਦ ਵੀ ਇਹ ਜਿਹੜੇ ਇਲਾਜ ਦੱਸ ਰਹੇ ਸੀ, ਇਹ ਜਿੰਨੇ ਵੀ ਲਾਈਫ ਸਟਾਕ ਦੇ ਜਾਨਵਰ ਨੇ ਨਾ, ਗਾਂ, ਭੈਂਸ, ਬਛੜਾ, ਕੋਈ ਵੀ, ਠੀਕ ਹੈ, ਇਹ ਸਭ ਤੇ ਅਪਲਾਈ ਹੁੰਦੇ ਨੇ। ਠੀਕ ਹੈ। ਈਵਨ ਕਿ ਕੋਈ ਐਸਾ ਜਾਨਵਰ ਨਹੀਂ ਹੈ ਜਿਹਦੇ ਅਪਲਾਈ ਨਾ ਹੋ। ਤੇ ਹਮੇਸ਼ਾ ਮੂੰਹ ਖੋਰ ਸਿਰਫ ਉਸ ਜਾਨਵਰ ਨੂੰ ਆਉਂਦਾ ਹੈ ਜਿਹਦੇ ਪੈਰ ਦੇ ਵਿੱਚ ਵੱਡਾ ਹੁੰਦਾ ਹੈ। ਅੱਛਾ। ਜਿਸ ਤਰ੍ਹਾਂ ਬੱਕਰੇ ਦੇ ਖੁਰ ਨੇ, ਹਾਂ। ਘੋੜੇ ਨੂੰ ਮੂੰਹ ਖੋਰ ਨਹੀਂ ਆਉਂਦਾ, ਖੱਚਰ ਨੂੰ ਮੂੰਹ ਖੋਰ ਨਹੀਂ ਆਉਂਦਾ, ਖੋਤੇ ਨੂੰ ਮੂੰਹ ਖੋਰ ਨਹੀਂ ਆਉਂਦਾ। ਅੱਛਾ। ਠੀਕ ਹੈ। ਹਾਂਜੀ, ਸਮਝ ਗਿਆ। ਲੋਕਾਂ ਨੂੰ ਸੀਜ਼ਨ ਨਹੀਂ ਪਤਾ ਹੈ। ਇਹ ਲੋਕਾਂ ਸੇ ਨਵੀਂ ਗੱਲ ਹੋਈ। ਸਮਝ ਗਿਆ। ਅੱਛਾ। ਠੀਕ ਹੈ। ਅੱਛਾ, ਤੁਸੀਂ ਉਹ ਕਪੜਾ ਜਦੋਂ ਤੁਸੀਂ ਪਾਣੀ ਨਾਲ ਡਿਪ ਕਰ ਲੈਣਾ ਨਾ, ਹਾਂ ਹਾਂ, ਤੁਸੀਂ ਕੀ ਕਰਨਾ, ਉਸ ਕਪੜੇ ਨੂੰ ਜਾਨਵਰ ਦੇ ਪਹਿਲੇ ਤਾਂ ਉਹਦਾ ਤੁਸੀਂ ਮੂੰਹ ਸਾਰਾ ਸਾਫ਼ ਕਰਨਾ ਹੈ। ਹਾਂ ਹਾਂ। ਮੂੰਹ ਸਾਫ਼ ਕਰਕੇ ਅੱਛਾ। ਤੁਸੀਂ ਉਹਦੇ ਨਾਲ ਜਾਨਵਰ ਦਾ ਮੂੰਹ ਖੋਲ ਕੇ ਕਪੜਾ ਮੂੰਹ ਦੇ ਵਿੱਚ ਰੱਖ ਕੇ ਨਾ ਹਲਕਾ ਹਲਕਾ, ਅੱਛਾ। ਤੇ ਤੁਸੀਂ ਐਸਾ ਕਰਨਾ ਕਿ ਉਹਦੇ ਅੰਦਰ ਸਾਰਾ ਉਹ ਲੱਗੇ, ਲਿਕੁਇਡ ਪੈਰਾਫਿਨ ਉਹਦੇ ਅੰਦਰ ਲੱਗੇ। ਉਹ ਲਿਕੁਇਡ ਪੈਰਾਫਿਨ ਕਹਿ ਰਹੇ ਸੌਰੀ, ਪਿੰਕੀ ਤੁਸੀਂ ਮਿਕਸ ਕੀਤੀ ਹੈ, ਅੱਛਾ, ਸਾਰੀ ਉਹਦੇ ਮੂੰਹ ਦੇ ਅੰਦਰ ਲੱਗੇ। ਠੀਕ ਹੈ। ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਕਿਸੇ ਬਰਤਨ 'ਚ ਪਾਣੀ ਦੇ ਕੇ ਜਾਨਵਰ ਦਾ ਪਹਿਲੇ 2-3 ਮਿੰਟ ਖੂਰ ਇੱਕ ਸਾਈਡ ਤੇ ਰੱਖਣਾ ਹੈ। ਅੱਛਾ। ਉਹਦੇ 'ਚ ਪਿੰਕੀ ਵਾਲੇ ਪਾਣੀ ਵਿੱਚ ਤੁਸੀਂ ਚਾਰੋਂ ਖੂਰ ਜਿਹੜੇ ਨੇ ਨਾ ਉਹਦੇ ਇਸ ਤਰ੍ਹਾਂ ਤੁਸੀਂ ਰੱਖਣਾ ਹੈ। ਅੱਛਾ। ਠੀਕ ਹੈ। ਇਹ ਵੀ ਤੁਸੀਂ 3-4 ਦਿਨ ਅਪਲਾਈ ਕਰੋਗੇ, ਇਨਸ਼ਾਅੱਲਾ 4-5 ਦਿਨ ਤੁਹਾਡੇ ਜਾਨਵਰ ਦੀ ਇਸ ਬਿਮਾਰੀ ਤੋਂ ਇਨਸ਼ਾਅੱਲਾ ਜਾਨ ਛੁੱਟੇਗੀ। ਜ਼ਬਰਦਸਤ। ਆਮਰ ਸਾਹਿਬ, ਇਹ ਜਿਹੜੀ ਮੂੰਹ ਖੁਰ ਬਿਮਾਰੀ ਇਹ ਸਿਰਫ ਸਰਦੀਆਂ ਦੇ ਮੌਸਮ ਵਿੱਚ ਆਉਂਦੀ ਜਾਂ ਗਰਮੀਆਂ 'ਚ ਵੀ ਆਉਂਦੀ? ਅਮਜਦ ਭਾਈ ਉਹਨੂੰ ਕੰਟੀਨਿਊ ਕਰਨ ਦਾ ਤੁਸੀਂ ਆਪਣਾ ਰੱਖੋ ਜੀ। ਇਹ ਤੇ ਲੋ ਜੀ ਭਾਜਨ, ਇਹ ਕੰਪਨੀ ਦੀ ਮਸ਼ਹੂਰੀ ਭਾਜਨ ਵੀਡੀਓ ਦੇ ਵਿੱਚ, ਇਹ ਕੰਪਨੀ ਦੀ ਮਸ਼ਹੂਰੀ। ਕੋਈ ਗੱਲ ਨਹੀਂ ਜਨਾਬ, ਇਹ ਹੋ ਗਿਆ ਜਨਾਬ, ਕੋਈ ਗੱਲ, ਇਹ ਪਾਰਟ ਆਫ ਲਾਈਫ ਹੈ। ਬਿਮਾਰੀ ਦਾ ਨਾ ਇੱਕ ਮੌਸਮ ਚੱਲਦਾ ਪਿਆ। ਅੱਛਾ। ਜਿਸ ਤਰ੍ਹਾਂ ਤੁਸੀਂ ਇਹ ਕਹਿ ਲਓ ਕਿ ਸਤੰਬਰ ਤੋਂ ਲੈ ਕੇ ਨਵੰਬਰ ਤੱਕ ਪੀਪੀਆਰ ਦਾ ਬੜਾ ਰੂਜ ਹੈ। ਅੱਛਾ। ਠੀਕ ਹੈ। ਫਿਰ ਉਸ ਤੋਂ ਬਾਅਦ ਵਿੱਚੋਂ ਇਹ ਹੁਣ ਜਿਸ ਤਰ੍ਹਾਂ ਜਨਵਰੀ ਹੈ, ਜਨਵਰੀ ਤੋਂ ਲੈ ਕੇ ਫਰਵਰੀ ਤੱਕ ਮੂੰਹ ਖੋਰ ਦਾ ਅੱਜ ਕੱਲ੍ਹ ਬਹੁਤ ਜ਼ਿਆਦਾ। ਉਹ ਮੂੰਹ ਖੋਰ ਦੀ ਰੀਜ਼ਨ ਮੈਂ ਤੁਹਾਨੂੰ ਦੱਸਣਾ ਕਿਉਂ ਆਉਂਦਾ। ਸਰਦੀ ਹੁੰਦੀ ਹੈ, ਜਾਨਵਰ ਲੋਕੀ ਆਪਣੇ ਵਾੜਿਆਂ ਦੇ ਵਿੱਚ ਰੱਖਦੇ ਨੇ। ਠੀਕ ਹੈ। ਇੱਕ ਤੇ ਲੋਕੀ ਬਿਲਕੁਲ ਪੈਕ ਕਰ ਦਿੰਦੇ ਨੇ, ਯਾਨੀ ਕੋਈ ਜਗ੍ਹਾ ਖਾਲੀ ਨਹੀਂ ਛੱਡਦੇ ਜਿੱਥੋਂ ਕਿ ਗੈਸ ਵਗੈਰਾ ਨਿਕਲੇ। ਤੇ ਅਸੀਂ ਇੱਕ ਅਲੱਗ ਵੀਡੀਓ ਬਣਾ ਦੇਣਾ ਕਿ ਬਾੜਾ ਕਿਸ ਤਰ੍ਹਾਂ ਜਿਹੜਾ ਚੰਗਾ ਹੋ ਗਿਆ। ਠੀਕ ਹੈ। ਤੇ ਜਾਨਵਰ ਗਿੱਲੀ ਜਗ੍ਹਾ ਤੇ ਹੁੰਦੇ ਨੇ, ਉੱਥੇ ਕੜੇ ਫਿਰ ਦੁਬਾਰਾ ਉੱਥੇ ਬੰਦੇ ਤੋਂ ਉੱਥੋਂ ਕੜੇ ਫਿਰ ਉੱਥੇ ਬੰਦ, ਜਾਨਵਰ ਦੇ ਪੈਰ ਨਰਮ ਪੈ ਜਾਂਦੇ, ਉਹ ਕਨਵਰਟ ਹੋ ਜਾਂਦੇ ਨੇ ਫਿਰ ਮੂੰਹ ਖੋਰ ਵਾਲੀ ਸਾਈਡ। ਅੱਛਾ, ਠੀਕ ਹੋ ਗਿਆ। ਤੇ ਜਦੋਂ ਫਿਰ ਅਸੀਂ ਬਾਹਰੋਂ ਕੋਈ ਨਵਾਂ ਜਾਨਵਰ ਲਿਆ ਕੇ ਛੱਡਨੇ ਆ, ਆਲਰੇਡੀ ਤੇ ਡਿਜ਼ੀਜ਼ ਪੁਰਾਣੇ ਮੰਡੀ ਤੁਸੀਂ ਜਾਨਵਰ ਲਿਆਉਣ ਨੂੰ ਆਲਰੇਡੀ ਡਿਜ਼ੀਜ਼ ਹੋਈ। ਬੇਸਿਕਲੀ ਇਹ ਤਾਂ ਛੂਤ ਦੀ ਬਿਮਾਰੀ ਵਰਗੂ ਹੈ ਨਾ, ਜਾਨਵਰ ਟੱਚ ਹੋ ਗਏ ਤੇ ਅੱਗੇ, ਜਾਨਵਰ ਟੱਚ ਹੋ ਗਏ ਤੇ ਅੱਗੇ। ਜੀ ਦੋਸਤੋ, ਆਪਣਾ ਨੈਕਸਟ ਜਿਹੜਾ ਟੌਪਿਕ ਹੈ, ਇਸ ਤੋਂ ਬਾਅਦ ਜਿਹੜਾ ਅਸੀਂ ਡਿਸਕਸ ਕਰਨ ਜਾ ਰਹੇ ਹਾਂ, ਉਹ ਟੌਪਿਕ ਹੈ ਜਨਾਬ ਅਲਾ ਕਿ ਕੁਰਬਾਨੀ ਵਾਸਤੇ ਜਾਨਵਰ ਕਿਤਨੀ ਉਮਰ ਦਾ ਲੈਣਾ ਚਾਹੀਦਾ ਹੈ ਔਰ ਉਹ ਕਿੱਥੋਂ ਲੈਣਾ ਚਾਹੀਦਾ ਹੈ, ਮੰਡੀ ਤੋਂ ਲੈਣਾ ਚਾਹੀਦਾ ਹੈ ਜਾਂ ਫਾਰਮ ਤੋਂ ਲੈਣਾ ਚਾਹੀਦਾ ਹੈ। ਨੈਕਸਟ ਆਪਣਾ ਟੌਪਿਕ ਇਹ ਹੋਏਗਾ। ਮਿਲਦੇ ਹਾਂ ਨੈਕਸਟ ਖੂਬਸੂਰਤ ਜੀ ਵੀਡੀਓ ਦੇ ਨਾਲ। ਆਪਣੀ ਦੁਆਵਾਂ ਯਾਦ ਰੱਖਣਾ। ਅੱਲਾ ਹਾਫਿਜ਼।